ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। सत श्री अकाल, तुसीं देख रहे हो पंजाब मेल यूएसए टीवी। मैं वरुण कौर मान। खबरां दे बुलेटिन 'ਚ ਤੁਹਾਡਾ ਸਵਾਗਤ है। पेश ने पहला ਚੋਣਵੀਆਂ खबरां। कैनेडा ਵੱਲੋਂ 15,000 ਮਾਪਿਆਂ ਨੂੰ पीआर ਦਾ ਐਲਾਨ। परंपरा ਦਾ ਸਾਥ ਮੋਢੇ ਤੇ ਬਾਈਡਨ ਦਾ ਹੱਥ। पीएम ਮੋਦੀ ਤੇ ਅਮਰੀਕੀ ਰਾਸ਼ਟਰਪਤੀ ਵਿਚਾਲੇ ਦਿਸੀ ਜ਼ਬਰਦਸਤ ਕੈਮਿਸਟਰੀ। ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਦੇ ਵਿੱਚ ਵੱਡੀ ਗਲਤੀ। कैनेडा 'ਚ पंजाबी परिवार दे घर ते हमला। अमरीका तो आई मंदभागी खबर, पंजाब दे गबरू दी होई मौत, 2 बच्चों का प्यो सी मृतक। मोरक्को भूचाल कारण मरण वालियां दी गिणती 2000 तो पार, राहत समग्री भेजण दी तैयारी। भारत अमरीका ने सुलझा लिया विश्व व्यापार संगठन का आखिरी विवाद। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਕੈਨੇਡਾ ਸਰਕਾਰ ਵੱਲੋਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ 15,000 ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਕਿ 10 ਅਕਤੂਬਰ ਤੋਂ 24,200 ਇੱਛਕ ਸਪਾਂਸਰਸ ਨੂੰ ਮੁਕੰਮਲ ਅਰਜ਼ੀਆਂ ਦਾਖਲ ਕਰਨ ਦੇ ਲਈ ਸੱਦੇ ਭੇਜੇ ਜਾਣਗੇ ਤਾਂ ਕਿ 15,000 ਅਰਜ਼ੀਆਂ ਦਾ ਟੀਚਾ ਹਾਸਲ ਕੀਤਾ ਜਾ ਸਕੇ। ਇਸ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕਈ ਸੰਭਾਵਤ ਸਪਾਂਸਰ ਸਮੇਂ ਸਿਰ ਅਰਜ਼ੀ ਦਾਖਲ ਨਹੀਂ ਕਰਦੇ ਅਤੇ ਕਈ ਅਰਜ਼ੀਆਂ ਵਿੱਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਮੰਗੇ ਦਸਤਾਵੇਜ਼ਾਂ ਦੀ ਕਮੀ ਹੁੰਦੀ ਹੈ, ਜਿਸ ਦੇ ਮੱਦੇਨਜ਼ਰ ਵਾਧੂ ਸਪਾਂਸਰਸ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਨੇ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਵੱਲੋਂ ਮੌਜੂਦਾ ਵਰ੍ਹੇ ਦੇ ਦੌਰਾਨ 28,500 ਮਾਪਿਆਂ, ਦਾਦਾ ਦਾਦੀਆਂ ਅਤੇ ਨਾਨਾ ਨਾਨੀਆਂ ਨੂੰ ਕੈਨੇਡੀਅਨ ਪੀਆਰ ਦੇਣ ਦਾ ਟੀਚਾ ਰੱਖਿਆ ਗਿਆ ਹੈ ਅਤੇ 2025 ਤੱਕ ਇਹ ਅੰਕੜਾ 36,000 ਸਾਲਾਨਾ ਤੱਕ ਪਹੁੰਚ ਜਾਏਗਾ। ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਕਿਸੇ ਪ੍ਰਵਾਸੀ ਦੇ ਵੱਲੋਂ ਸਾਲ 2020 ਦੇ ਦੌਰਾਨ ਸਪਾਂਸਰ ਬਣਨ ਦੀ ਇੱਛਾ ਜ਼ਾਹਿਰ ਕੀਤੀ ਗਈ ਪਰ 2021 ਜਾਂ 2022 ਦੇ ਵਿੱਚ ਉਸ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਨਹੀਂ ਮਿਲਿਆ ਤਾਂ ਉਹ 3 ਸਾਲ ਪਹਿਲਾਂ ਇਮੀਗ੍ਰੇਸ਼ਨ ਵਿਭਾਗ ਨੂੰ ਮੁਹੱਈਆ ਕਰਵਾਇਆ ਆਪਣਾ ਈਮੇਲ ਅਕਾਊਂਟ ਦੁਬਾਰਾ ਜ਼ਰੂਰ ਚੈੱਕ ਕਰ ਲਵੇ, ਕਿਉਂਕਿ ਇਸ ਵਾਰ ਵੀ ਸੱਦਾ ਪੱਤਰ ਪਹੁੰਚ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ 2022 ਵਿੱਚ 23,100 ਸੰਭਾਵਤ ਸਪਾਂਸਰਸ ਨੂੰ ਅਰਜ਼ੀਆਂ ਦਾਖਲ ਕਰਨ ਦੇ ਸੱਦੇ ਭੇਜੇ ਗਏ ਸੀ। ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸਪਾਂਸਰ ਕਰਨ ਦੇ ਇੱਛੁਕ ਪਰਿਵਾਰਾਂ ਲਈ ਸਾਲਾਨਾ ਆਮਦਨ ਹੱਦ ਤੈਅ ਕੀਤੀ ਗਈ ਹੈ ਅਤੇ ਇਸੇ ਸ਼ਰਤ ਨੂੰ ਪੂਰਾ ਕਰਨ ਵਾਲੇ ਹੀ ਸਪਾਂਸਰ ਬਣ ਸਕਦੇ ਨੇ। G20 ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਸ਼ੁੱਕਰਵਾਰ ਨੂੰ ਭਾਰਤ ਪਹੁੰਚੇ ਸੀ। ਬਾਈਡਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਜ਼ਬਰਦਸਤ ਕੈਮਿਸਟਰੀ ਦਿਖੀ ਹੈ। ਪੀਐਮ ਰਿਹਾਇਸ਼ ਤੇ ਪਹੁੰਚੇ ਬਾਈਡਨ ਨੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨਾਲ ਹੱਥ ਮਿਲਾਇਆ ਅਤੇ ਫਿਰ ਉਹਨਾਂ ਦੇ ਮੋਢੇ ਤੇ ਵੀ ਆਪਣਾ ਹੱਥ ਰੱਖਿਆ। ਦੋਵੇਂ ਪੀਐਮ ਰਿਹਾਇਸ਼ ਤੇ ਗਲਿਆਰਿਆਂ 'ਚ ਆਪਸ 'ਚ ਗੱਲ ਕਰਦੇ ਹੋਏ ਨਜ਼ਰ ਆਏ। ਦੋਵਾਂ ਦੀ ਮੁਲਾਕਾਤ ਦੌਰਾਨ ਭਾਰਤੀ ਪਰੰਪਰਾ ਦੀ ਝਲਕ ਵੀ ਦਿਖਾਈ ਦਿੱਤੀ। ਅਮਰੀਕੀ ਰਾਸ਼ਟਰਪਤੀ ਬਾਈਡਨ ਦੇ ਪ੍ਰਧਾਨ ਮੰਤਰੀ ਰਿਹਾਇਸ਼ ਤੇ ਪਹੁੰਚਣ ਤੋਂ ਬਾਅਦ ਦਾ ਵੀਡੀਓ ਸਾਹਮਣੇ ਆਇਆ ਸੀ ਜੋ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ। ਬਾਈਡਨ ਦੀ ਗੱਡੀ ਜਿਹੜੀ ਹੈ, ਬਾਈਡਨ ਦੇ ਗੱਡੀ ਤੋਂ ਉਤਰਦੇ ਪੀਐਮ ਮੋਦੀ ਉਹਨਾਂ ਦੇ ਕੋਲ ਪਹੁੰਚੇ ਅਤੇ ਫਿਰ ਦੋਵਾਂ ਨੇ ਇੱਕ ਦੂਜੇ ਦੇ ਨਾਲ ਹੱਥ ਮਿਲਾਇਆ। ਕੁਝ ਦੇਰ ਬਾਅਦ ਜਿੱਥੇ ਇਹ ਬੈਠਕ ਹੋਣੀ ਸੀ ਦੋਵੇਂ ਨੇਤਾ ਉੱਥੇ ਪਹੁੰਚੇ। ਇਸ ਤੋਂ ਬਾਅਦ ਬਾਈਡਨ ਅਤੇ ਮੋਦੀ ਦੀ G20 ਤੋਂ ਇਲਾਵਾ ਇਹ ਦੋ ਪੱਖੀ ਬੈਠਕ ਸ਼ੁਰੂ ਹੋਈ ਸੀ। ਬੈਠਕ ਖਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਕੀਤੀ ਕਈ ਮੁੱਦਿਆਂ ਤੇ ਜਿਹੜੀ ਚਰਚਾ ਸੀ ਆਪਸ ਦੇ ਵਿੱਚ। ਇਸ ਦੇ ਨਾਲ ਹੀ ਭਾਰਤ ਅਮਰੀਕਾ ਵਿਚਾਲੇ ਸੰਬੰਧ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ। ਅਮਰੀਕੀ ਰਾਸ਼ਟਰਪਤੀ G20 ਸਿਖਰ ਸੰਮੇਲਨ ਦੀ ਸਫਲਤਾ ਨੂੰ ਲੈ ਕੇ ਉਤਸੁਕ ਦਿਖਾਈ ਦਿੱਤੇ। ਸੂਤਰਾਂ G20 ਸੰਮੇਲਨ ਦੌਰਾਨ ਬਾਈਡਨ ਜਲਵਾਯੂ ਤਬਦੀਲੀ ਅਤੇ ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ ਵਰਗੇ ਕੌਮਾਂਤਰੀ ਮੰਚਾਂ ਤੇ ਸੁਧਾਰ ਤੇ ਚਰਚਾ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਦੇ 에ਅਰ ਫੋਰਸ 1 ਜਹਾਜ਼ ਵਿੱਚ ਉਹਨਾਂ ਨਾਲ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜ਼ੈਕ ਸੁਲੀਵਾਨ, ਡਿਪਟੀ ਚੀਫ ਸਟਾਫ ਸਮੇਤ ਵਫਦ G20 ਸੰਮੇਲਨ ਵਿੱਚ ਪਹੁੰਚਿਆ ਹੋਇਆ ਹੈ।
ਸ਼ਨੀਵਾਰ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੋ ਰਹੇ G20 ਸੰਮੇਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਸੁਰੱਖਿਆ 'ਚ ਕਥਿਤ ਤੌਰ ਤੇ ਵੱਡੀ ਢਿੱਲ ਦੇਖੀ ਗਈ। ਬਾਈਡਨ ਦੇ ਕਾਫਲੇ ਦੇ ਵਿੱਚ ਸ਼ਾਮਲ ਵਾਹਨ ਨੂੰ ਸ਼ਨੀਵਾਰ ਸਵੇਰੇ ਯਾਤਰੀਆਂ ਨੂੰ ਇੱਕ ਹੋਰ ਹੋਟਲ ਵਿੱਚ ਲਿਜਾਂਦੇ ਸਮੇਂ ਸੁਰੱਖਿਆ ਕਰਮਚਾਰੀਆਂ ਨੇ ਫੜ ਲਿਆ। ਇਸ ਕਾਰ ਦੇ ਵਿੱਚ ਹੋਟਲ ਅਤੇ ਪ੍ਰਗਤੀ ਮੈਦਾਨ ਵਿੱਚ ਦਾਖਲ ਹੋਣ ਦੇ ਨਾਲ ਸੰਬੰਧਿਤ ਪਾਸ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਵੱਖ-ਵੱਖ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ। ਪੁੱਛਗਿੱਛ ਦੇ ਦੌਰਾਨ ਪਤਾ ਲੱਗੇ ਕਿ ਇਹ ਕਾਰ ਬਾਈਡਨ ਦੇ ਕਾਫਲੇ ਦੇ ਵਿੱਚ ਸ਼ਾਮਲ ਸੀ। ਇਸੇ ਨੇ ITC ਮੌਰਿਆ ਹੋਟਲ ਤੋਂ ਪ੍ਰਗਤੀ ਮੈਦਾਨ ਜਾਣਾ ਸੀ, ਪਰ ਇਸ ਤੋਂ ਪਹਿਲਾਂ ਹੀ ਡਰਾਈਵਰ ਨੇ ਸਵਾਰੀਆਂ ਨੂੰ ਲਿਆਉਣ ਦੇ ਲਈ ਗੱਡੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਬਾਈਡਨ ਨਵੀਂ ਦਿੱਲੀ ਦੇ ITC ਮੌਰਿਆ ਹੋਟਲ ਵਿੱਚ ਠਹਿਰੇ ਹੋਏ ਨੇ। ਸ਼ਨੀਵਾਰ ਨੂੰ ਹੋਟਲ ਤੋਂ ਪ੍ਰਗਤੀ ਮੈਦਾਨ 'ਚ ਸਮਾਗਮ ਵਾਲੀ ਥਾਂ ਤੱਕ ਜਾਣ ਵਾਲੇ ਅਮਰੀਕੀ ਕਾਫਲੇ 'ਚ ਕਰੀਬ 60 ਗੱਡੀਆਂ ਸ਼ਾਮਲ ਸੀ। ਇਸ ਵਿੱਚ ਸ਼ਾਮਲ ਕੁਝ ਵਾਹਨ ਅਮਰੀਕਾ ਤੋਂ ਆਏ ਨੇ, ਜਦਕਿ ਬਾਕੀ ਵਾਹਨ ਭਾਰਤ ਤੋਂ ਮੁਹੱਈਆ ਕਰਵਾਏ ਗਏ ਨੇ। ਇਹਨਾਂ 'ਚ ਕੁਝ ਵਾਹਨ ਕਿਰਾਏ ਤੇ ਲਏ ਗਏ ਨੇ। ਇਸ ਵਿੱਚ ਹਰਿਆਣਾ ਨੰਬਰ ਵਾਲੀ ਅਰਟਿਗਾ ਕਾਰ ਵੀ ਸ਼ਾਮਲ ਸੀ, ਜਿਸ ਨੇ ਕਾਫਲੇ ਦੀ ਅਗਵਾਈ ਕਰਨੀ ਸੀ। ਅਮਰੀਕੀ ਰਾਸ਼ਟਰਪਤੀ ਦੇ ਕਾਫਲੇ ਨੇ ਸਵੇਰੇ ਕਰੀਬ 8 ਵਜੇ ਹੋਟਲ ਤੋਂ ਰਵਾਨਾ ਹੋਣਾ ਸੀ। ਇਸ ਤੋਂ ਪਹਿਲਾਂ ਅਰਟਿਗਾ ਕਾਰ ਦਾ ਡਰਾਈਵਰ ਰਾਧੇ ਸ਼ਿਆਮ ਨਾਂ ਦਾ ਇੱਕ ਯਾਤਰੀ ਜੋ ਦਿੱਲੀ ਆਉਣ ਤੇ ਅਕਸਰ ਆਪਣੀ ਕਾਰ ਦੀ ਵਰਤੋਂ ਕਰਦਾ ਹੈ, ਉਸਨੇ ਹੋਟਲ ਤਾਜਮਾਨ ਸਿੰਘ ਜਾਣਾ ਸੀ। ਇਸ ਲਈ ਡਰਾਈਵਰ ਲੋਧੀ estate ਤੋਂ ਯਾਤਰੀ ਨੂੰ ਚੁੱਕ ਕੇ ਹੋਟਲ ਵਿੱਚ ਛੱਡ ਕੇ ਆਇਆ। ਕਾਰ ਦੇ ਕੋਲ ਸੁਰੱਖਿਆ ਪਾਸ ਸੀ, ਇਸ ਲਈ ਉਸ ਨੂੰ ਕਿਤੇ ਵੀ ਨਹੀਂ ਰੋਕਿਆ ਗਿਆ, ਪਰ ਜਦੋਂ ਉਹ ਹੋਟਲ ਪਹੁੰਚਿਆ ਤਾਂ ਉੱਥੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਰੋਕ ਲਿਆ। UAE ਦੇ ਰਾਸ਼ਟਰਪਤੀ ਇਸ ਹੋਟਲ ਦੇ ਵਿੱਚ ਠਹਿਰੇ ਹੋਏ ਨੇ। ਕੈਨੇਡਾ ਦੇ ਮਿਨੀ ਪੰਜਾਬ ਮੰਨੇ ਜਾਂਦੇ ਬ੍ਰੈਂਪਟਨ ਦੇ ਵਿੱਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਦੇ ਘਰ ਤੇ ਅਣਪਛਾਤੇ ਵਿਅਕਤੀਆਂ ਨੇ ਅੱਧੀ ਰਾਤ ਹਮਲਾ ਕਰ ਦਿੱਤਾ। ਇਸ ਦੌਰਾਨ ਜਿੱਥੇ ਘਰ ਦੀਆਂ ਖਿੜਕੀਆਂ ਤੋੜੀਆਂ ਗਈਆਂ, ਉੱਥੇ ਬਾਹਰ ਖੜੀ ਗੱਡੀ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ। ਬ੍ਰੈਂਪਟਨ ਦੇ ਵਾਸੀ ਅਰਵਿੰਦਰ ਬੈਂਸ ਨੇ ਦੱਸਿਆ ਕਿ ਸਾਡਾ ਪਰਿਵਾਰ ਘਰ ਵਿੱਚ ਰਾਤੀ ਸੁੱਤਾ ਪਿਆ ਸੀ। ਰਾਤ ਨੂੰ ਲਗਭਗ 1:15 ਵਜੇ ਸ਼ੀਸ਼ੇ ਆਦਿ ਟੁੱਟਣ ਦੀਆਂ ਆਵਾਜ਼ਾਂ ਸੁਣੀਆਂ। ਜਦੋਂ ਉਹਨਾਂ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਉਹਨਾਂ ਦੇ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਸੀ ਤੇ ਬਾਹਰ ਖੜੀ ਗੱਡੀ ਵੀ ਬੁਰੀ ਤਰ੍ਹਾਂ ਉਸ ਦੀ ਤੋੜ-ਭੰਨ ਹੋ ਗਈ। ਘਰ ਦੇ ਮਾਲਕ ਅਰਵਿੰਦਰ ਗੁਆਂਢ ਵਿੱਚ ਰਹਿੰਦੇ ਮੁੰਡਿਆਂ ਤੇ ਹਮਲੇ ਦਾ ਸ਼ੱਕ ਜਤਾਇਆ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਇਹਨਾਂ ਮੁੰਡਿਆਂ ਤੇ ਇਹਨਾਂ ਦੇ ਇੱਕ ਰਿਸ਼ਤੇਦਾਰ ਨਾਲ ਕਾਫੀ ਸਮਾਂ ਪਹਿਲਾਂ ਥੋੜੀ ਅਣਬਣ ਵੀ ਹੋਈ ਸੀ। ਉਸ ਦਾ ਹੀ ਬਦਲਾ ਲੈਣ ਦੇ ਲਈ ਇਹਨਾਂ ਲੜਕਿਆਂ ਨੇ ਹੋ ਸਕਦਾ ਹੈ ਕਿ ਹਮਲਾ ਕੀਤਾ ਹੋਵੇ। ਇਸ ਦੇ ਨਾਲ ਹੀ ਅਰਵਿੰਦਰ ਨੇ ਕਿਹਾ ਕਿ ਉਹਨਾਂ ਨੂੰ ਫੋਨ ਤੇ ਧਮਕੀਆਂ ਵੀ ਮਿਲ ਰਹੀਆਂ ਨੇ। ਪਿੰਡ ਬਹਾਦਰ ਦੇ ਜੰਪਲ ਜਗਜੋਤ ਸਿੰਘ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਮਿਲਿਆ। ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਪੁੱਤਰ ਜਗਜੋਤ ਸਿੰਘ ਨੂੰ 2017 ਵਿੱਚ ਅਮਰੀਕਾ ਭੇਜਿਆ ਸੀ ਅਤੇ ਉਹ ਨਿਊਯਾਰਕ ਤੋਂ ਕੈਲੀਫੋਰਨੀਆ ਤੱਕ ਟਰੱਕ ਚਲਾਉਣ ਦਾ ਕੰਮਕਾਰ ਕਰਦਾ ਸੀ। ਉਹਨਾਂ ਨੇ ਦੱਸਿਆ ਕਿ ਪਿਛਲੇ ਦਿਨੀ LA ਸ਼ਹਿਰ ਵਿੱਚ 28 ਅਗਸਤ ਨੂੰ ਇੱਕ ਸੜਕ ਹਾਦਸੇ ਦੌਰਾਨ ਕਾਫੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ, ਜਿਸ ਨੂੰ LA ਦੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਹੋਇਆ ਸੀ, ਪਰ 7 ਸਤੰਬਰ ਨੂੰ ਉਸ ਦੀ ਮੌਤ ਹੋ ਗਈ, ਜਿਸ ਦੀ ਸੂਚਨਾ ਸਾਡੇ ਉੱਥੇ ਰਹਿੰਦੇ ਰਿਸ਼ਤੇਦਾਰਾਂ ਵੱਲੋਂ ਦਿੱਤੀ ਗਈ। ਪਰਿਵਾਰਕ ਮੈਂਬਰ ਦੇ ਅਨੁਸਾਰ ਜਗਜੋਤ ਸਿੰਘ ਆਪਣੇ ਪਿੱਛੇ 2 ਲੜਕੇ ਪਤਨੀ ਸਮੇਤ ਮਾਪਿਆਂ ਨੂੰ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਦੇ ਕੋਲੋਂ ਪੰਜਾਬ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਭਾਰਤ ਲਿਆਂਦਾ ਜਾਏ। ਮੋਰੋਕੋ ਵਿੱਚ ਸ਼ੁੱਕਰਵਾਰ ਰਾਤ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 2000 ਤੋਂ ਵੱਧ ਹੋ ਗਈ ਹੈ। ਇਸ ਦੌਰਾਨ ਮੋਰੋਕੋ ਵਿੱਚ ਸ਼ਨੀਵਾਰ ਨੂੰ 3 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਮੋਰੋਕੋ ਦੇ ਕਿੰਗ ਮੁਹੰਮਦ ਚੌਥੇ ਨੇ ਕੱਲ੍ਹ ਇਸ ਭਿਆਨਕ ਤਬਾਹੀ ਤੇ ਇੱਕ ਮੀਟਿੰਗ ਬੁਲਾਈ ਹੈ। ਮੀਟਿੰਗ ਦੇ ਵਿੱਚ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ। ਸ਼ਾਹੀ ਦਫ਼ਤਰ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਰਾਸ਼ਟਰੀ ਸੋਗ ਦੇ ਦੌਰਾਨ ਸਾਰੀਆਂ ਜਨਤਕ ਥਾਵਾਂ ਤੇ ਝੰਡੇ ਅੱਧੇ ਝੁਕੇ ਰਹਿਣਗੇ। ਦੇਸ਼ ਦੇ ਗ੍ਰਹਿ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2012 ਤੱਕ ਪਹੁੰਚ ਗਈ ਹੈ, ਜਦੋਂ ਕਿ 2059 ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 1404 ਦੀ ਹਾਲਤ ਗੰਭੀਰ ਹੈ। ਭਾਰਤ, ਅਮਰੀਕਾ, ਅਰਬ ਲੀਗ, ਮਿਸਰ, UAE, ਫਿਲਿਸਤੀਨ, ਸਾਊਦੀ ਅਰਬ, ਕਤਰ, ਟਿਊਨੀਸ਼ੀਆ, ਅਲਜੀਰੀਆ, ਲੈਬਨਾਨ, ਲੀਬੀਆ, ਈਰਾਨ, ਤੁਰਕੀ, ਇਜ਼ਰਾਈਲ, ਫਰਾਂਸ ਅਤੇ ਜਰਮਨੀ ਅਤੇ ਹੋਰ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਮੋਰੋਕੋ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। G20 ਸੰਮੇਲਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਮਰੀਕਾ ਤੇ ਭਾਰਤ ਦੇ ਪੋਲਟਰੀ ਉਤਪਾਦਾਂ ਤੇ ਵਿਸ਼ਵ ਵਪਾਰ ਸੰਗਠਨ ਦੇ ਵਿੱਚ ਆਖਰੀ ਵਿਵਾਦ ਸੁਲਝਾ ਲਿਆ ਗਿਆ ਹੈ। ਅਮਰੀਕੀ ਵਪਾਰ ਪ੍ਰਤੀਨਿਧ ਕੈਥਰੀਨ ਤਾਈ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਅਮਰੀਕਾ ਤੇ ਭਾਰਤ
WTO ਭਾਰਤ ਵਿੱਚ ਆਪਣੇ ਪਿਛਲੇ ਬਕਾਇਆ ਵਿਵਾਦ ਨੂੰ ਹੱਲ ਕਰਨ ਦੇ ਲਈ ਸਹਿਮਤ ਹੋ ਗਏ ਨੇ, ਜੋ ਕਿ ਕੁਝ ਖੇਤੀਬਾੜੀ ਉਤਪਾਦਾਂ ਦੇ ਆਯਾਤ ਸੰਬੰਧੀ ਉਪਭਾਵਾਂ ਦੇ ਨਾਲ ਸੰਬੰਧਿਤ ਹੈ। ਸੰਯੁਕਤ ਰਾਸ਼ਟਰ ਦੇ ਵਪਾਰ ਪ੍ਰਤੀਨਿਧੀ ਦੇ ਦਫ਼ਤਰ ਦੇ ਅਨੁਸਾਰ ਭਾਰਤ ਨੇ ਕਈ ਅਮਰੀਕੀ ਵਸਤੂਆਂ ਤੇ ਟੈਰਿਫ ਘਟਾਉਣ ਦੇ ਲਈ ਸਹਿਮਤੀ ਦਿੱਤੀ ਹੈ, ਜਿਸ ਵਿੱਚ ਫਰੋਜ਼ਨ ਟਰਕੀ, ਬਤਖਾਂ, ਤਾਜ਼ੇ ਫਰੋਜ਼ਨ ਬਲੂਬੇਰੀ ਅਤੇ ਕ੍ਰੈਨਬੇਰੀ, ਡਰਾਈ ਅਤੇ ਪ੍ਰੋਸੈਸਡ ਬਲੂਬੇਰੀ ਅਤੇ ਕਾਰਨਬੇਰੀ ਤੇ ਤਾਜ਼ੇ ਅਤੇ ਫਰੋਜ਼ਨ ਕਾਰਨਬੇਰੀ ਸਮੇਤ ਕਈ ਅਮਰੀਕੀ ਸਮਾਨਾਂ ਤੇ ਟੈਰਿਫ ਘੱਟ ਕਰਨ ਸਹਿਮਤੀ ਦਿੱਤੀ ਹੈ। ਬੈਠਕ 'ਚ ਦੋਹਾਂ ਨੇਤਾਵਾਂ ਨੇ WTO ਮੁੱਦੇ ਤੇ ਚਰਚਾ ਕੀਤੀ ਅਤੇ ਦੋਹਾਂ ਨੇ ਛੇਤੀ ਹੱਲ ਦੀ ਇੱਛਾ ਪ੍ਰਗਟਾਈ। ਰਾਜਦੂਤਾਈ ਨੇ ਕਿਹਾ ਕਿ ਇਸ ਆਖਰੀ ਬਕਾਇਆ WTO ਵਿਵਾਦ ਦਾ ਹੱਲ ਅਮਰੀਕਾ ਭਾਰਤ ਵਪਾਰ ਸੰਬੰਧਾਂ 'ਚ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਦਰਸਾਉਂਦਾ ਹੈ, ਜਦੋਂ ਕਿ ਕੁਝ ਅਮਰੀਕੀ ਉਤਪਾਦਾਂ ਤੇ ਟੈਰਿਫ ਘਟਾਉਣ ਦੇ ਨਾਲ ਅਮਰੀਕੀ ਖੇਤੀਬਾੜੀ ਉਤਪਾਦਕਾਂ ਦੇ ਲਈ ਮਹੱਤਵਪੂਰਨ ਬਾਜ਼ਾਰ ਪਹੁੰਚ ਵੱਧਦੀ ਹੈ। ਉਹਨਾਂ ਨੇ ਕਿਹਾ ਕਿ ਜੂਨ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਅਤੇ ਰਾਸ਼ਟਰਪਤੀ ਬਾਈਡਨ ਦੀ ਇਸ ਹਫ਼ਤੇ ਦੀ ਨਵੀਂ ਦਿੱਲੀ ਫੇਰੀ ਨੇ ਇਹ ਘੋਸ਼ਣਾਵਾਂ ਸਾਡੀ ਦੁਬੱਲੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਗੀਆਂ। ਤਾਈ ਨੇ ਕਿਹਾ ਕਿ ਮੈਂ ਆਪਣੇ ਲੋਕਾਂ ਲਈ ਸੰਮਿਲਿਤ ਆਰਥਿਕ ਮੌਕੇ ਪ੍ਰਦਾਨ ਕਰਨ ਦੇ ਲਈ ਮੰਤਰੀ ਗੋਇਲ ਦੇ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ। ਜ਼ਿਕਰਯੋਗ ਹੈ ਕਿ ਜੂਨ ਵਿੱਚ PM ਮੋਦੀ ਦੀ ਅਮਰੀਕਾ ਫੇਰੀ ਦੌਰਾਨ ਪਿਛਲੇ 6 ਵਿਵਾਦ ਸੁਲਝਾਏ ਗਏ ਸੀ। ਭਾਰਤ ਨੇ ਚਣੇ, ਦਾਲਾਂ, ਬਦਾਮ, ਅਖਰੋਟ, ਸੇਬ, ਬਾਰਿਕ ਐਸਿਡ ਅਤੇ ਡਾਇਗਨੋਸਟਿਕ ਰੀਜੈਂਟਸ ਸਮੇਤ ਕੁਝ ਅਮਰੀਕੀ ਉਤਪਾਦਾਂ ਤੇ ਟੈਰਿਫ ਘਟਾਉਣ ਦੇ ਲਈ ਵੀ ਸਹਿਮਤੀ ਦਿੱਤੀ ਸੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਰੱਖਿਆ ਸਹਿਯੋਗ ਤੋਂ ਲੈ ਕੇ ਟੈਕਨੋਲੋਜੀ ਸ਼ੇਅਰਿੰਗ ਤੱਕ ਦੇ ਮੁੱਦਿਆਂ ਤੇ ਚਰਚਾ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਚੰਦਰਯਾਨ 3 ਮਿਸ਼ਨ ਦੀ ਸਫਲਤਾ ਦੇ ਲਈ ਭਾਰਤ ਨੂੰ ਵਧਾਈ ਵੀ ਦਿੱਤੀ। US ਨਿਆਂ ਵਿਭਾਗ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹਨਾਂ ਨੇ ਇਸ ਸਾਲ ਇਰਾਨੀ ਤੇਲ ਦੇ 10 ਲੱਖ ਬੈਰਲ ਦੇ ਇੱਕ ਕਾਰਗੋ ਨੂੰ ਜ਼ਬਤ ਕੀਤਾ ਹੈ। ਅਮਰੀਕਾ ਦੇ ਇਸ ਕਦਮ ਨੇ ਖਾੜੀ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਨਿਆਂ ਵਿਭਾਗ ਨੇ ਇੱਕ ਬਿਆਨ 'ਚ ਕਿਹਾ ਕਿ ਇਹ ਪਹਿਲੀ ਅਪਰਾਧਕ ਮੁਕੱਦਮਾ ਹੈ ਜਿਸ ਵਿੱਚ ਇੱਕ ਕੰਪਨੀ ਸ਼ਾਮਲ ਹੈ ਜਿਸ ਨੇ ਇਰਾਨੀ ਤੇਲ ਦੀ ਗੈਰ ਕਾਨੂੰਨੀ ਵਿਕਰੀ ਅਤੇ ਆਵਾਜਾਈ ਦੀ ਸਹੂਲਤ ਤੇ ਪਾਬੰਦੀਆਂ ਦੀ ਉਲੰਘਣਾ ਕੀਤੀ ਹੈ। ਇਸ ਦੇ ਨਤੀਜੇ ਵਜੋਂ 9,80,000 ਬੈਰਲ ਕੱਚੇ ਤੇਲ ਨੂੰ ਜ਼ਬਤ ਕੀਤਾ ਗਿਆ ਹੈ। ਈਰਾਨ ਦੇ ਤੇਲ ਨੂੰ ਜ਼ਬਤ ਕਰਨ ਤੋਂ ਬਾਅਦ ਵਾਸ਼ਿੰਗਟਨ ਨੇ ਤਹਿਰਾਨ ਤੇ ਖਾੜੀ ਦੇ ਆਵਾਜਾਈ ਵਾਲੇ ਕਈ ਜਹਾਜ਼ਾਂ ਨੂੰ ਫੜਨ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਈਰਾਨ ਨੇ ਅੰਤਰਰਾਸ਼ਟਰੀ ਪਾਣੀਆਂ ਵਿੱਚ ਇਰਾਨੀ ਸੰਪਤੀਆਂ ਦੇ ਕਬਜ਼ੇ ਨੂੰ ਸਮੁੰਦਰੀ ਡਾਕੂਆਂ ਦੇ ਬਰਾਬਰ ਦੱਸਿਆ ਹੈ। ਇਸ ਦੇ ਨਾਲ ਹੀ ਅਮਰੀਕਾ ਇਰਾਨੀ ਤੇਲ ਜਹਾਜ਼ਾਂ ਨੂੰ ਰੋਕਣ ਨੂੰ ਕਾਨੂੰਨ ਲਾਗੂ ਕਰਨ ਵਾਲਾ ਸਮਝਦਾ ਹੈ। ਅਗਸਤ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਸੀਗਾ ਕਿ ਵਾਸ਼ਿੰਗਟਨ ਵੱਧ ਰਹੇ ਪਰਮਾਣੂ ਖਤਰਿਆਂ ਨੂੰ ਘਟਾਉਣ ਦੇ ਲਈ ਤਹਿਰਾਨ ਦੇ ਕਿਸੇ ਵੀ ਕਦਮ ਦਾ ਸਵਾਗਤ ਕਰਦਾ ਹੈ। ਉਸਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਈਰਾਨ ਵਿੱਚ ਨਜ਼ਰਬੰਦ ਕੀਤੇ ਗਏ ਅਮਰੀਕੀ ਨਾਗਰਿਕਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ। ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਇਨੀ ਦਿਨੀ ਅਮਰੀਕਾ ਦੇ ਦੌਰੇ ਤੇ ਨੇ, ਜਿੱਥੇ ਉਹਨਾਂ ਨੂੰ ਸਾਬਕਾ ਰਾਸ਼ਟਰਪਤੀ ਅਮਰੀਕਾ ਦੇ ਜੋ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਗੋਲਫ ਖੇਡਦੇ ਦੇਖਿਆ ਗਿਆ। ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਬੈਡਮਿੰਸਟਰ ਦੇ ਟਰੰਪ ਨੈਸ਼ਨਲ ਗੋਲਫ ਕਲੱਬ ਦੇ ਵਿੱਚ ਭਾਰਤੀ ਵਿਕਟਕੀਪਰ ਬੱਲੇਬਾਜ਼ ਦੀ ਮੇਜ਼ਬਾਨੀ ਕੀਤੀ। ਇਹਨਾਂ ਦੋਹਾਂ ਦੀ ਇੱਕ ਤਸਵੀਰ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਚਰਚਾ 'ਚ। ਧੋਨੀ ਗਰੁੱਪ ਤਸਵੀਰ ਵਿੱਚ ਲੰਬੇ ਵਾਲਾਂ ਨਾਲ ਨਜ਼ਰ ਆ ਰਹੇ ਨੇ। ਉਹ ਆਪਣੇ ਕ੍ਰਿਕਟ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਸਨ। ਅਲਬਾਮਾ ਦੇ ਨੌਜਵਾਨ ਨੂੰ 14 ਸਾਲ ਦੀ ਉਮਰ ਦੇ ਵਿੱਚ ਆਪਣੇ 3 ਛੋਟੇ ਭੈਣ ਭਰਾਵਾਂ ਸਮੇਤ 5 ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰਨ ਦੇ ਦੋਸ਼ੀ ਠਹਿਰਾਇਆ ਹੈ ਤੇ ਉਸ ਨੂੰ ਇਸ ਜੁਰਮ ਦੇ ਲਈ ਆਪਣੀ ਬਾਕੀ ਦੀ ਸਾਰੀ ਜ਼ਿੰਦਗੀ ਜੇਲ੍ਹ ਵਿੱਚ ਗੁਜ਼ਾਰਨੀ ਪਵੇਗੀ। ਦੋਸ਼ੀ ਮੇਸਨ ਮਿਸਕ ਹੁਣ 18 ਸਾਲ ਦਾ ਹੈ। ਅਪ੍ਰੈਲ ਵਿੱਚ ਜਿਊਰੀ ਨੇ ਸਿਸਕ ਨੂੰ ਦੋਸ਼ੀ ਠਹਿਰਾਇਆ ਸੀ। 2019 ਵਿੱਚ ਸਿਸਕ ਦਾ ਪਿਤਾ 38 ਸਾਲਾ ਅਤੇ ਜਿਹੜੇ ਕਿ 35 ਸਾਲਾ ਮਾਂ, 6 ਸਾਲਾ ਕੇਨ, 4 ਸਾਲਾ ਅਰੋਗ ਅਤੇ 6 ਮਹੀਨਿਆਂ ਦੇ ਕੌਲਸਨ ਘਰ 'ਚ ਮਰੇ ਮਿਲੇ। ਸਾਰਿਆਂ ਦੇ ਸਿਰ ਵਿੱਚ ਗੋਲੀ ਮਾਰੀ ਗਈ ਸੀ। ਮੇਸਨ ਸਿਸਕ ਨੇ ਸ਼ੁਰੂ ਵਿੱਚ ਪੁਲਿਸ ਨੂੰ ਦੱਸਿਆ ਕਿ ਉਹ ਬੇਸਮੈਂਟ ਵਿੱਚ ਵੀਡੀਓ ਗੇਮ ਖੇਡ ਰਿਹਾ ਸੀ ਜਦੋਂ ਉਸਨੇ ਗੋਲੀਆਂ ਦੀ ਆਵਾਜ਼ ਸੁਣੀ, ਪਰ ਬਾਅਦ ਵਿੱਚ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਸਨੇ ਪੰਜਾਂ ਨੂੰ ਮਾਰ ਦਿੱਤਾ ਸੀ। ਭਾਰਤ, ਅਮਰੀਕਾ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਯੂਰਪ ਸਾਂਝੇ ਤੌਰ ਤੇ ਰੇਲ ਅਤੇ ਸ਼ਿਪਿੰਗ ਕੋਰੀਡੋਰ ਬਣਾਉਣ ਦੀ ਤਿਆਰੀ ਕਰ ਰਹੇ ਨੇ। ਇਹ ਦੇਸ਼ ਸ਼ਨੀਵਾਰ ਨੂੰ G20 ਸੰਮੇਲਨ ਦੌਰਾਨ ਵਣਜ ਊਰਜਾ ਤੇ ਡਿਜੀਟਲ ਕਨੈਕਟੀਵਿਟੀ ਵਧਾਉਣ ਤੇ ਵੀ ਚਰਚਾ ਕਰਨਗੇ। ਅਮਰੀਕਾ ਦੇ ਉਪ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਜੌਨ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਕਦਮ ਦਰਸਾਉਂਦਾ ਹੈ ਕਿ ਚੀਨ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨੂੰ ਮਿਡਲ ਈਸਟ ਕੋਰੀਡੋਰ ਦਾ ਵੀ ਨਾਂ ਦਿੱਤਾ ਗਿਆ ਹੈ। ਸ਼ਨੀਵਾਰ ਸਵੇਰੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਫਿਨਰ ਨੇ ਕਿਹਾ
ਕਿ ਇਹ ਪ੍ਰੋਜੈਕਟ ਬੁਨਿਆਦੀ ਢਾਂਚੇ ਦੇ ਇੱਕ ਵੱਡੇ ਪਾੜੇ ਨੂੰ ਭਰ ਦੇਗਾ। ਉਹਨਾਂ ਨੇ ਇਸ ਨੂੰ ਉੱਚ ਮਿਆਰੀ, ਪਾਰਦਰਸ਼ੀ ਅਤੇ ਟਿਕਾਊ ਵੀ ਕਰਾਰ ਦਿੱਤਾ ਹੈ। ਇਸ ਨੂੰ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਖਿਲਾਫ ਅਸਿੱਧੇ ਅਤੇ ਤਿੱਖੇ ਵਿਰੋਧਾਭਾਸ ਵਜੋਂ ਦੇਖਿਆ ਜਾ ਰਿਹਾ ਹੈ। ਫਿਨਰ ਨੇ ਕਿਹਾ ਕਿ ਇਹ ਪਹਿਲ ਕਦਮੀ ਪੱਛਮੀ ਏਸ਼ੀਆ ਵਿੱਚ ਜੋ ਬਾਈਡਨ ਪ੍ਰਸ਼ਾਸਨ ਦੀ ਵੱਡੀ ਰਣਨੀਤੀ ਦਾ ਹਿੱਸਾ ਹੈ। ਉਹਨਾਂ ਨੇ ਕਿਹਾ ਕਿ ਦੁਨੀਆ ਦੇ ਤਿੰਨੇ ਖੇਤਰਾਂ ਨੂੰ ਜੋੜਨ ਵਾਲਾ ਕੋਰੀਡੋਰ ਖੁਸ਼ਹਾਲੀ ਨੂੰ ਵਧਾਏਗਾ। ਇਹ ਘੱਟ ਤੇ ਮੱਧ ਆਮਦਨੀ ਵਾਲੇ ਦੇਸ਼ਾਂ ਵਿਚਕਾਰ ਵਿਆਪਕ ਬੁਨਿਆਦੀ ਢਾਂਚੇ ਦੇ ਪਾੜੇ ਨੂੰ ਪੂਰਾ ਕਰੇਗਾ। ਅਮਰੀਕਾ ਨੇ ਇਸ ਪਾੜੇ ਨੂੰ ਭਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਪ੍ਰੋਜੈਕਟ ਨੂੰ I2U2 ਦੇ ਤਹਿਤ ਲਾਗੂ ਕੀਤਾ ਗਿਆ ਹੈ। ਇਸ ਵਿੱਚ ਭਾਰਤ, ਇਜ਼ਰਾਈਲ, ਸੰਯੁਕਤ ਅਰਬ ਅਮੀਰਾਤ ਅਤੇ ਅਮਰੀਕਾ ਸ਼ਾਮਲ ਨੇ। ਇਜ਼ਰਾਈਲ ਅਤੇ ਸਾਊਦੀ ਦਰਮਿਆਨ ਸੰਬੰਧਾਂ ਨੂੰ ਆਮ ਵਾਂਗ ਬਣਾਉਣ ਦੇ ਲਈ ਅਜੇ ਵੀ ਯਤਨ ਜਾਰੀ ਨੇ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਜ਼ਰਾਈਲ ਇੱਕ ਸਪਸ਼ਟ ਭਾਈਵਾਲ ਹੋਏਗਾ। ਇਜ਼ਰਾਈਲ ਦੀ ਭਾਗੀਦਾਰੀ ਤੇ ਇੱਕ ਸਵਾਲ ਦੇ ਜਵਾਬ ਵਿੱਚ ਫਿਨਰ ਨੇ ਕਿਹਾ ਕਿ ਉਹ ਦੇਸ਼ਾਂ ਨੂੰ ਆਪਣੇ ਲਈ ਬੋਲਣ ਦੇਗਾ। ਫਿਨਰ ਨੇ ਕਿਹਾ, ਸਾਡਾ ਦ੍ਰਿਸ਼ਟੀਕੋਣ ਤਣਾਅ ਨੂੰ ਘਟਾਉਣਾ, ਸੰਘਰਸ਼ਾਂ ਨੂੰ ਘਟਾਉਣਾ ਤੇ ਖੇਤਰ ਵਿੱਚ ਸਥਿਰਤਾ ਲਿਆਉਣਾ ਹੈ। ਨਿਊ ਜਰਸੀ ਸੂਬੇ ਦੇ ਗਵਰਨਰ ਫਿਲ ਮਰਫੀ ਨੇ ਰਾਜ ਦੇ ਅਗਲੇ ਲੈਫਟੀਨੈਂਟ ਗਵਰਨਰ ਵਜੋਂ ਨਿਊ ਜਰਸੀ ਰਾਜ ਦੇ ਸਕੱਤਰ ਤਾਹੇਸ਼ਾ ਬੇ ਨੂੰ ਨਾਮਜ਼ਦ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪਹਿਲੇ ਸ਼ੀਲਾ ਓਲੀਵਰ ਦੀ ਕਿਸੇ ਬਿਮਾਰੀ ਕਾਰਨ ਮੌਤ ਹੋ ਜਾਣ ਤੇ ਗਵਰਨਰ ਫਿਲ ਮਰਫੀ ਨੇ ਤਾਹੇਸ਼ਾ ਬੇ ਨੂੰ ਨਿਊ ਜਰਸੀ ਰਾਜ ਦੀ ਅਗਲੀ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ, ਕਿਉਂਕਿ ਰਾਜ ਦੇ ਸੰਵਿਧਾਨ ਨੂੰ ਨਾਮਜ਼ਦਗੀ ਲਈ ਸੈਨੇਟ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ। ਚੀਫ ਜਸਟਿਸ ਸਟੂਅਰਟ ਨੇ ਬੀਤੇ ਦਿਨ ਸ਼ੁੱਕਰਵਾਰ ਨੂੰ ਗਵਰਨਰ ਦੇ ਦਫ਼ਤਰ ਦੇ ਬਾਹਰ ਉਸ ਨੂੰ ਸਹੁੰ ਚੁਕਾਈ। ਸੰਵਿਧਾਨ ਦੇ ਤਹਿਤ ਲੈਫਟੀਨੈਂਟ ਗਵਰਨਰ ਦੇ ਕੋਲ ਕੈਬਨਿਟ ਦਾ ਅਹੁਦਾ ਵੀ ਹੁੰਦਾ ਹੈ। ਨਵੀਂ ਲੈਫਟੀਨੈਂਟ ਗਵਰਨਰ ਤਾਹੇਸ਼ਾ ਬੇ ਆਪਣੀਆਂ 4 ਚੋਂ 3 ਧੀਆਂ ਤੇ ਪਤੀ ਚਾਰਲਸ ਬੇ ਨਾਲ ਪਹੁੰਚੀ ਹੋਈ ਸੀ ਅਤੇ ਸੇਵਾ ਕਰਨ ਦੇ ਮੌਕੇ ਲਈ ਉਹਨਾਂ ਨੇ ਆਪਣਾ ਧੰਨਵਾਦ ਪ੍ਰਗਟ ਕੀਤਾ ਅਤੇ ਜੀਵਨ ਦੀ ਲਾਗਤ ਨੂੰ ਘੱਟ ਰੱਖਣ ਤੇ ਬੁਨਿਆਦੀ ਆਜ਼ਾਦੀ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ। ਆਪਣੇ ਸੰਬੋਧਨ ਦੇ ਵਿੱਚ ਤਾਹੇਸ਼ਾ ਬੇ ਨੇ ਕਿਹਾ, ਮੈਂ ਆਪਣੇ ਜੀਵਨ ਦਾ ਹਰ ਦਿਨ ਆਪਣੇ ਰਾਜ ਤੇ ਭੁੱਲੇ ਹੋਏ ਪਰਿਵਾਰਾਂ ਲਈ ਲੜਨ ਨੂੰ ਸਮਰਪਿਤ ਕਰਾਂਗੀ। ਰਾਜ ਦੇ ਸਕੱਤਰ ਹੋਣ ਦੇ ਨਾਤੇ ਉਹਨਾਂ ਨੇ ਸ਼ੁਰੂਆਤੀ ਵਿਅਕਤੀਗਤ VOTING ਦੇ ਨਾਲ-ਨਾਲ 2020 ਦੀਆਂ ਚੋਣਾਂ ਨੂੰ ਲਾਗੂ ਕਰਨ ਦੀ ਵੀ ਨਿਗਰਾਨੀ ਕੀਤੀ, ਜੋ ਕਿ ਕੋਵਿਡ-19 ਦੀਆਂ ਪਾਬੰਦੀਆਂ ਕਾਰਨ ਲਗਭਗ ਪੂਰੀ ਤਰ੍ਹਾਂ ਮੇਲ ਇਨ ਬੈਲਟ ਨਾਲ ਹੋਈ ਸੀ। ਨਵੀਂ ਲੈਫਟੀਨੈਂਟ ਗਵਰਨਰ ਤਾਹੇਸ਼ਾ ਬੇ ਨੇ ਓਲੀਵਰ ਦੀ ਥਾਂ ਲਈ ਹੈ, ਜਿਸ ਦੀ ਪਿਛਲੇ ਮਹੀਨੇ ਮੌਤ ਹੋ ਗਈ ਸੀ ਜਦੋਂ ਗਵਰਨਰ ਮਰਫੀ ਦੇਸ਼ ਤੋਂ ਬਾਹਰ ਸੀ। ਤਾਹੇਸ਼ਾ ਬੇ ਗਵਰਨਰ ਮਰਫੀ ਵਰਗੀ ਡੈਮੋਕ੍ਰੇਟ ਪਾਰਟੀ ਨਾਲ ਸੰਬੰਧਿਤ ਸਨ। 2018 ਦੇ ਸ਼ੁਰੂ ਵਿੱਚ ਮਰਫੀ ਨੇ ਪ੍ਰਸ਼ਾਸਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰਾਜ ਦੇ ਸਕੱਤਰ ਵਜੋਂ ਸੇਵਾ ਨਿਭਾ ਰਹੀ ਹੈ। ਉਹ ਪਹਿਲਾਂ ਪੈਸੈਕ ਕਾਉਂਟੀ ਬੋਰਡ ਆਫ ਸੋਸ਼ਲ ਸਰਵਿਸਿਜ਼ ਦੀ ਵਿਸ਼ੇਸ਼ ਸਲਾਹਕਾਰ ਵੀ ਰਹੀ ਸੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। BC ਸੈਂਟਰ ਫਾਰ ਡਿਸੀਜ਼ ਕੰਟਰੋਲ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਮੁਤਾਬਕ ਸੂਬੇ ਦੇ ਹਸਪਤਾਲਾਂ 'ਚ ਪਿਛਲੇ ਮਹੀਨੇ ਦੌਰਾਨ ਮਰੀਜ਼ਾਂ ਦੀ ਗਿਣਤੀ 'ਚ 3 ਗੁਣਾ ਵਾਧਾ ਹੋਇਆ ਹੈ। ਵੀਰਵਾਰ ਤੱਕ ਸੂਬੇ ਭਰ ਦੇ ਹਸਪਤਾਲਾਂ 'ਚ 241 ਕਰੋਨਾ ਪੋਜ਼ਿਟਿਵ ਮਰੀਜ਼ ਸਨ, ਜੋ ਅਗਸਤ ਦੇ ਸ਼ੁਰੂਆਤ ਵਿੱਚ 2 ਸਾਲ ਦੇ ਹੇਠਲੇ ਪੱਧਰ 76 ਤੋਂ ਵਧੇਰੇ ਹੈ। ਵੀਰਵਾਰ ਤੱਕ ਦਾ ਕੁੱਲ ਡਾਟਾ 4 ਮਈ ਮਗਰੋਂ ਸਭ ਤੋਂ ਵਧੇਰੇ ਹੈ, ਜਦੋਂ BC ਸੈਂਟਰ ਫਾਰ ਡਿਸੀਜ਼ ਕੰਟਰੋਲ ਨੇ ਹਸਪਤਾਲਾਂ 'ਚ 268 ਲੋਕਾਂ ਦੇ ਕੋਵਿਡ-19 ਨਾਲ ਪੀੜਤ ਹੋਣ ਦੀ ਸੂਚਨਾ ਦਿੱਤੀ ਸੀ। ਇਹ ਨਵੀਨਤਮ ਅਪਡੇਟ ਉਦੋਂ ਆਈ ਹੈ ਜਦੋਂ ਬ੍ਰਿਟਿਸ਼ ਕੋਲੰਬੀਆ ਕੈਨੇਡਾ 'ਚ BA.2.86 ਵੇਰੀਐਂਟ ਦੇ ਸਥਾਨਕ ਮਾਮਲਿਆਂ ਦੀ ਪਹਿਚਾਣ ਕਰਨ ਵਾਲਾ ਪਹਿਲਾ ਸੂਬਾ ਬਣਿਆ ਹੈ। ਹਾਲਾਂਕਿ BC ਸੈਂਟਰ ਫਾਰ ਡਿਸੀਜ਼ ਕੰਟਰੋਲ ਦਾ ਕਹਿਣਾ ਹੈ ਕਿ ਸੂਬੇ ਦੇ ਪੂਰੇ ਜੀਨੋਮ ਕ੍ਰਮ 'ਚ BA.2.86 ਵੇਰੀਐਂਟ ਦਾ ਕੋਈ ਵਾਧੂ ਨਮੂਨਾ ਨਹੀਂ ਪਾਇਆ ਗਿਆ ਹੈ। BCCDC ਮੁਤਾਬਕ ਹਾਲ ਦੇ ਹਫ਼ਤਿਆਂ 'ਚ ਸੂਬੇ 'ਚ ਮਿਲੇ ਵਧੇਰੇ ਸੰਕਰਮਣ ਜਾਂ ਤਾਂ EG.5 ਜਾਂ XBB.1.16 ਵੇਰੀਐਂਟ ਦੇ ਨੇ। ਇਹਨਾਂ ਸਾਰੀਆਂ ਵੱਖੋ ਵੱਖਰੀਆਂ ਵੰਸ਼ਾਂ ਨੂੰ ਅਜੇ ਵੀ ਓਮਾਈਕਰੌਨ ਵੇਰੀਐਂਟ ਦਾ ਸੰਸਕਰਣ ਮੰਨਿਆ ਜਾਂਦਾ ਹੈ, ਜਿਸ ਦਾ ਕਿ ਸਾਲ 2021 ਦੇ ਅਖੀਰ 'ਚ ਵਧੇਰੇ ਪ੍ਰਭਾਵ ਦੇਖਣ ਨੂੰ ਮਿਲਿਆ ਸੀ। ਵੀਰਵਾਰ ਤੱਕ ਬ੍ਰਿਟਿਸ਼ ਕੋਲੰਬੀਆ 'ਚ ਕਰੋਨਾ ਕਾਰਨ 241 ਮਰੀਜ਼ ਹਸਪਤਾਲ 'ਚ ਦਾਖਲ ਸੀ। ਹਾਲਾਂਕਿ ਇਹ ਅੰਕੜਾ ਪਿਛਲੇ ਮਹੀਨਿਆਂ ਦੀ ਤੁਲਨਾ 'ਚ ਬੇਸ਼ੱਕ ਵਧੇਰੇ ਹੈ, ਪਰ ਪੂਰੇ 2022 'ਚ ਦੇਖੀ ਗਈ ਕੁੱਲ ਸੰਖਿਆ ਦੀ ਤੁਲਨਾ 'ਚ ਮੁਕਾਬਲਤਨ ਘੱਟ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ 'ਚ ਬ੍ਰਿਟਿਸ਼ ਕੋਲੰਬੀਆ 'ਚ ਮਿਲੇ ਸਾਰੇ ਕੋਵਿਡ ਰੋਗੀ ਸ਼ਾਮਲ ਨੇ, ਭਾਵ ਕਿ ਇਹਨਾਂ 'ਚ ਉਹ ਮਰੀਜ਼ ਵੀ ਸ਼ਾਮਲ ਨੇ ਜਿਹੜੇ ਕਿ ਕਿਸੇ ਹੋਰ ਕਾਰਨ ਦੇ ਚਲਦਿਆਂ ਹਸਪਤਾਲ 'ਚ ਦਾਖਲ ਹੋਏ ਸੀ, ਪਰ ਇਤਫਾਕਨ ਹੀ ਉਹਨਾਂ ਦਾ ਕੋਵਿਡ ਟੈਸਟ ਪੋਜ਼ਿਟਿਵ ਆ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਅਧਿਕਾਰੀਆਂ ਦੇ ਮੁਤਾਬਕ ਕੋਵਿਡ ਦੇ 50 ਤੋਂ 60% ਮਾਮਲੇ ਬਿਲਕੁਲ ਵੀ ਗੰਭੀਰ ਨਹੀਂ ਹਨ।
ਕੈਨੇਡਾ ਵਿੱਚ ਜਹਾਜ਼ ਵਿੱਚ ਉਲਟੀ ਦਾ ਮਾਮਲਾ ਕਾਫੀ ਗਰਮਾਉਂਦਾ ਜਾ ਰਿਹਾ ਹੈ। ਬੇਸ਼ੱਕ ਸੁਰਖੀਆਂ 'ਚ ਆਉਣ ਮਗਰੋਂ ਇਸ ਮਾਮਲੇ 'ਚ ਹਵਾਈ ਕੰਪਨੀ 에ਅਰ ਕੈਨੇਡਾ ਨੇ ਮਾਫੀ ਮੰਗ ਲਈ ਹੈ, ਪਰ ਹੁਣ ਪਬਲਿਕ ਹੈਲਥ ਏਜੰਸੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 26 ਅਗਸਤ ਨੂੰ ਲਾਸ ਵੇਗਾਸ ਤੋਂ ਮੌਂਟਰੀਅਲ ਆਉਣ ਵਾਲੀ ਫਲਾਈਟ ਵਿੱਚ ਇਹ ਘਟਨਾ ਵਾਪਰੀ ਸੀ। ਪਹਿਲਾਂ ਜਹਾਜ਼ ਵਿੱਚ ਬੈਠੇ ਕਿਸੇ ਯਾਤਰੀ ਨੇ ਸੀਟ ਤੇ ਉਲਟੀ ਕਰ ਦਿੱਤੀ ਸੀ। ਜਦੋਂ ਇਹ ਫਲਾਈਟ ਹੋਰ ਯਾਤਰੀਆਂ ਨੂੰ ਲੈ ਕੇ ਜਾਣ ਲੱਗੀ ਤਾਂ ਸੀਟ ਤੇ ਉਲਟੀ ਕਾਰਨ 2 ਯਾਤਰੀਆਂ ਨੇ ਇਸ ਤੇ ਬੈਠਣ ਤੋਂ ਇਨਕਾਰ ਕਰ ਦਿੱਤਾ। ਬੇਸ਼ੱਕ ਗੰਦੀ ਕਾਰਨ ਜਹਾਜ਼ ਹੋਰ ਯਾਤਰੀ ਵੀ ਪਰੇਸ਼ਾਨ ਹੋ ਰਹੇ ਸੀ, ਪਰ ਇਹਨਾਂ ਦੋਵਾਂ ਯਾਤਰੀਆਂ ਨੂੰ ਜਹਾਜ਼ ਅਮਲੇ ਵੱਲੋਂ ਇਸੇ ਸੀਟ ਤੇ ਬੈਠਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਸੀ। ਜਹਾਜ਼ ਅਮਲੇ ਦਾ ਕਹਿਣਾ ਸੀਗਾ ਕਿ ਕੋਈ ਹੋਰ ਸੀਟ ਖਾਲੀ ਨਹੀਂ ਹੈ, ਇਸ ਲਈ ਉਹਨਾਂ ਨੂੰ ਇਸੇ ਸੀਟ ਤੇ ਬੈਠਣਾ ਹੋਏਗਾ। ਬੇਸ਼ੱਕ ਜਹਾਜ਼ ਅਮਲਾ ਆਪਣੀ ਥਾਂ ਸਹੀ ਸੀ, ਪਰ ਦੋਵੇਂ ਯਾਤਰੀ ਵੀ ਮਜਬੂਰ ਸੀ, ਕਿਉਂਕਿ ਗੰਦੀ ਸੀਟ ਤੇ ਕੋਈ ਵੀ ਕਿਵੇਂ ਬੈਠ ਸਕਦਾ ਸੀ। ਫਿਰ ਵੀ ਉਹਨਾਂ ਨੇ ਕੱਪੜਾ ਵਗੈਰਾ ਮਾਰ ਕੇ ਸੀਟ ਤੇ ਬੈਠਣ ਦੀ ਕੋਸ਼ਿਸ਼ ਕੀਤੀ, ਪਰ ਉਹ ਚੰਗੀ ਤਰ੍ਹਾਂ ਸਾਫ਼ ਨਾ ਹੋਣ ਕਰਕੇ ਗੰਦੀ ਸੀਟ ਤੇ ਉੱਥੇ ਨਹੀਂ ਬੈਠ ਸਕਦੇ ਸੀ। ਇਸ ਮਗਰੋਂ ਜਹਾਜ਼ ਅਮਲੇ ਨੇ ਉਹਨਾਂ ਦੋਵੇਂ ਯਾਤਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਨਾ ਬੈਠੇ ਤਾਂ ਉਹਨਾਂ ਨੂੰ ਫਲਾਈਟ 'ਚੋਂ ਉਤਾਰ ਦਿੱਤਾ ਜਾਏਗਾ ਤੇ ਉਹ ਉਹਨਾਂ ਨੂੰ ਨੋ ਫਲਾਈਟ ਲਿਸਟ ਵਿੱਚ ਪਾ ਦੇਣਗੇ। ਇਸੇ ਵਿੱਚ ਸਵਾਰ ਸੂਜ਼ਨ ਨਾਂ ਦੀ ਇੱਕ ਮਹਿਲਾ ਯਾਤਰੀ ਨੇ ਆਪਣੀ ਫੇਸਬੁੱਕ ਅਕਾਊਂਟ ਤੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ, ਜਿਸ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਉਸ ਦੇ ਅੱਗੇ ਵਾਲੀਆਂ ਸੀਟਾਂ ਤੇ 2 ਔਰਤਾਂ ਤੇ ਇੱਕ ਬੰਦਾ ਸਨ ਜੋ ਬੈਠਣ ਪਿੱਛੋਂ ਜੱਦੋ-ਜਹਿਦ ਕਰ ਰਹੇ ਸੀ। ਪੋਸਟ ਦੇ ਅਨੁਸਾਰ ਇਹ ਔਰਤਾਂ ਵਿਆਨਾ ਜਾ ਰਹੀਆਂ ਸੀ। ਵੀਰਵਾਰ ਤੋਂ ਕਿਊਬੈਕ ਸਿਟੀ ਵਿੱਚ ਕੰਜ਼ਰਵੇਟਿਵ ਪਾਰਟੀ ਦੀ 3 ਦਿਨਾਂ ਪਾਲਿਸੀ ਕਨਵੈਨਸ਼ਨ ਸ਼ੁਰੂ ਹੋ ਗਈ ਹੈ, ਜਿਹੜੀ ਕਿ ਉਹਨਾਂ ਵੋਟਰਾਂ ਨੂੰ ਲੁਭਾਉਣ ਦੇ ਲਈ ਖਾਸ ਮੌਕਾ ਹੈ, ਜਿਹੜੇ ਕਿ ਸੱਤਾਧਾਰੀ ਲਿਬਰਲਾਂ ਤੋਂ ਥੱਕੇ ਹੋਣ ਦਾ ਸੰਕੇਤ ਦੇ ਰਹੇ ਨੇ। ਜ਼ਿਕਰਯੋਗ ਹੈ ਕਿ ਪਾਲਿਸੀ ਕਨਵੈਨਸ਼ਨ ਦੌਰਾਨ ਪਾਰਟੀ ਵੱਲੋਂ ਮੁੱਖ ਨੀਤੀਆਂ ਦਾ ਖਾਕਾ ਤੇ ਚੁਣਾਵੀ ਨਿਯੁਕਤੀਆਂ ਦਾ ਏਜੰਡਾ ਤਿਆਰ ਕੀਤਾ ਜਾਂਦਾ ਹੈ। ਕਨਵੈਨਸ਼ਨ ਨਾ ਕੇਵਲ ਪਾਰਟੀ ਦੇ ਮੈਂਬਰਾਂ ਲਈ ਇਕੱਠੇ ਹੋ ਕੇ ਪਾਰਟੀ ਨੂੰ ਨਵੀਂ ਦਿਸ਼ਾ ਦੇਣ ਤੇ ਵਿਚਾਰ ਕਰਨ ਦਾ ਮੌਕਾ ਦਿੰਦੀ ਹੈ, ਸਗੋਂ ਇਹ ਵੋਟਰਾਂ ਨੂੰ ਲਵਾਉਣ ਦਾ ਇੱਕ ਜ਼ਰੀਆ ਵੀ ਹੁੰਦੀ ਹੈ। ਹਾਲੀਆ ਓਪੀਨੀਅਨ ਪੋਲਸ ਦਰਸਾਉਂਦੇ ਨੇ ਕਿ ਕੰਜ਼ਰਵੇਟਿਵ ਲੀਡਰ ਪੀਆਰ ਨੇ ਲੋਕਾਂ ਵਿੱਚ ਜਿਹੜੀ ਉਹਨਾਂ ਦੀ ਪਸੰਦਗੀ ਵਧੀ ਹੈ ਅਤੇ ਜੇ ਹਾਲ ਵਿੱਚ ਚੋਣਾਂ ਕਰਵਾਈਆਂ ਜਾਣ ਤਾਂ ਕੰਜ਼ਰਵੇਟਿਵਸ ਪਾਰਟੀ ਬਹੁਮਤੀ ਸਰਕਾਰ ਬਣਾ ਸਕਦੀ ਹੈ। ਪੋਲੀਐਵਰ ਕਿਫਾਇਤੀਪਣ, ਮਹਿੰਗਾਈ ਅਤੇ ਮੌਜੂਦਾ ਸਰਕਾਰਾਂ ਦੀਆਂ ਸਫਲਤਾਵਾਂ ਤੇ ਖਾਸਾ ਫੋਕਸ ਕਰ ਰਹੇ ਨੇ, ਪਰ ਕੁਝ ਪਾਰਟੀ ਮੈਂਬਰਾਂ ਦੇ ਮਨਾਂ ਵਿੱਚ ਹੋਰ ਮੁੱਦੇ ਵੀ ਨੇ। ਕਨਵੈਨਸ਼ਨ ਵਿੱਚ ਵਿਚਾਰੇ ਜਾਣ ਵਾਲੇ ਪਾਲਿਸੀ ਪ੍ਰਸਤਾਵਾਂ ਦੀ ਸੂਚੀ 'ਚ ਮਹਿੰਗਾਈ ਨਾਲ ਨਜਿੱਠਣਾ, ਮੌਰਗੇਜ ਸ਼ਰਤਾਂ ਵਿੱਚ ਕੁਝ ਬਦਲਾਅ ਅਤੇ ਬਜ਼ੁਰਗਾਂ ਲਈ ਆਰਆਰਐਸਪੀ 'ਚੋਂ ਪੈਸੇ ਕਢਵਾਉਣ ਦੇ ਨਿਯਮ ਵਿੱਚ ਤਬਦੀਲੀ ਦਾ ਜ਼ਿਕਰ ਹੈ। ਪਰ ਕੁਝ ਹੋਰ ਪਹਿਲਾਂ ਵੀ ਕਨਵੈਨਸ਼ਨ 'ਚ ਵਿਚਾਰੇ ਜਾਣ ਦੇ ਲਈ ਪ੍ਰਸਤੁਤ ਕੀਤੇ ਗਏ ਨੇ। ਇਹਨਾਂ 'ਚ ਟਰਾਂਸਜੈਂਡਰ ਸੰਬੰਧਿਤ ਨੀਤੀਆਂ, ਇੱਛਾ ਮੌਤ ਸੀਮਿਤ ਕਰਨਾ, ਜ਼ਬਰਦਸਤੀ ਦੀ ਡਾਇਵਰਸਿਟੀ ਸਿਖਲਾਈ ਖਤਮ ਕਰਨਾ, ਲਾਜ਼ਮੀ ਵੈਕਸੀਨ ਨੂੰ ਖਤਮ ਕਰਨਾ ਤੇ ਐਮਰਜੈਂਸੀ ਐਕਟ ਨੂੰ ਖਤਮ ਕਰਨੇ ਵਰਗੇ ਮੁੱਦੇ ਸ਼ਾਮਲ ਨੇ। ਕਨਵੈਨਸ਼ਨ ਵਿੱਚ ਵਿਚਾਰੀਆਂ ਜਾਣ ਦੇ ਲਈ ਇਹਨਾਂ ਨੀਤੀਆਂ ਨੂੰ ਪਾਰਟੀ ਦੇ ਜ਼ਮੀਨੀ ਪੱਧਰ ਤੇ ਕੰਮ ਕਰਦੀਆਂ ਇਕਾਈਆਂ EADS ਵੱਲੋਂ ਮਨਜ਼ੂਰ ਕੀਤਾ ਗਿਆ ਸੀ। ਸ਼ਨੀਵਾਰ ਨੂੰ ਨਵੀਆਂ ਨੀਤੀਆਂ ਤੇ ਅੰਤਮ VOTING ਤੋਂ ਪਹਿਲਾਂ ਹੋਰ ਬਹਿਸ ਵੀ ਹੋਵੇਗੀ। ਯੈਲੋਨਾਈਫ ਦੇ 20,000 ਨਿਵਾਸੀਆਂ ਲਈ ਜੰਗਲੀ ਅੱਗ ਦੇ ਕਾਰਨ ਜਾਰੀ ਕੀਤੇ ਗਏ ਨਿਕਾਸੀ ਦੇ ਹੁਕਮਾਂ ਨੂੰ ਹਟਾਏ ਜਾਣ ਤੋਂ ਬਾਅਦ ਉੱਤਰ ਪੱਛਮੀ ਪ੍ਰਦੇਸ਼ਾਂ ਦੇ ਹਜ਼ਾਰਾਂ ਲੋਕ ਇਸ ਹਫ਼ਤੇ ਘਰ ਪਰਤ ਆਏ। ਪ੍ਰੀਮੀਅਰ ਕੈਰੋਲਿਨ ਨੇ ਵੀਰਵਾਰ ਦੇਰ ਰਾਤ ਮੀਡੀਆ ਬਰੀਫਿੰਗ ਦੌਰਾਨ ਕਿਹਾ ਕਿ ਇਸ ਜਸ਼ਨ ਮਨਾਉਣ ਵਾਲੀ ਗੱਲ ਹੈ, ਪਰ ਸਾਨੂੰ ਇਹ ਯਾਦ ਰੱਖਣਾ ਪਏਗਾ ਕਿ ਅਜੇ ਵੀ ਹਜ਼ਾਰਾਂ ਵਸਨੀਕ ਨੇ ਜੋ ਅਜੇ ਵੀ ਆਪਣੇ ਘਰ ਤੋਂ ਬਾਹਰ ਨੇ। ਉਹਨਾਂ ਨੇ ਅੱਗੇ ਕਿਹਾ, ਖੇਤਰਾਂ ਦੀ ਸਰਕਾਰ ਇਹਨਾਂ ਅੱਗਾਂ ਨਾਲ ਲੜਨ, ਆਪਣੇ ਭਾਈਚਾਰਿਆਂ ਦੀ ਰੱਖਿਆ ਕਰਨ, ਤੁਹਾਨੂੰ ਘਰ ਪਹੁੰਚਾਉਣ ਅਤੇ ਤੁਹਾਨੂੰ ਰੋਜ਼ਾਨਾ ਜ਼ਿੰਦਗੀ 'ਚ ਵਾਪਸ ਲਿਆਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਲਈ ਆਪਣੇ ਭਾਈਵਾਲਾਂ ਨਾਲ ਸਖਤ ਮਿਹਨਤ ਕਰ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ 630 ਜ਼ਰੂਰੀ ਕਰਮਚਾਰੀਆਂ ਸਮੇਤ ਲਗਭਗ 1000 ਲੋਕਾਂ ਨੂੰ ਬੁੱਧਵਾਰ ਦੇ ਅੰਤ ਤੱਕ ਯੈਲੋਨਾਈਫ ਵਾਪਸ ਭੇਜਿਆ ਗਿਆ ਸੀ ਅਤੇ ਵਾਪਸੀ ਦੀਆਂ ਉਡਾਣਾਂ ਵੀਰਵਾਰ ਨੂੰ ਜਾਰੀ ਰਹੀਆਂ। ਇਸ ਮੌਕੇ ਐਮਰਜੈਂਸੀ ਪ੍ਰਬੰਧਨ ਸੰਗਠਨ ਦੇ ਡਿਪਟੀ ਘਟਨਾ ਕਮਾਂਡਰ ਜੈਮੀ ਨੇ ਕਿਹਾ ਕਿ ਅਸੀਂ ਤਰੱਕੀ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਉਡਾਣਾਂ ਐਤਵਾਰ ਤੱਕ ਚੱਲਣਗੀਆਂ। ਇਸ ਮੌਕੇ ਬੋਲਦਿਆਂ ਅਰਨੇਸਟ, ਜਿਸ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਡੇਟਾ ਦੇ ਮੁਖੀ ਵਜੋਂ ਸਹੁੰ ਚੁੱਕੀ ਸੀ, ਨੇ ਕਿਹਾ ਕਿ ਲੋਕ ਹੌਲੀ-ਹੌਲੀ ਵਾਪਸ ਆਉਣੇ ਸ਼ੁਰੂ ਹੋ ਗਏ ਨੇ। ਬੇਟਸੀਨਾ ਨੇ ਅੱਗੇ ਕਿਹਾ ਕਿ ਅੱਗ ਅਜੇ ਵੀ ਭੜਕ ਰਹੀ ਹੈ, ਇਸ ਲਈ ਨਿਵਾਸੀਆਂ ਨੂੰ ਚੌਕਸ ਰਹਿਣ ਦੀ ਲੋੜ ਹੋਣੀ ਹੈ। ਹੇ ਰਿਵਰ ਅਤੇ ਫੋਰਟ ਸਮਿਥ ਦੇ ਹਜ਼ਾਰਾਂ ਲੋਕ ਅਜੇ ਵੀ ਨੇ ਜਿਨ੍ਹਾਂ ਨੂੰ ਯੈਲੋਨਾਈਫ ਤੋਂ ਕੁਝ ਦਿਨ ਪਹਿਲਾਂ ਬਾਹਰ ਜਾਣ ਦਾ ਆਦੇਸ਼ ਦਿੱਤਾ ਗਿਆ ਸੀ, ਜੋ ਜੰਗਲ ਦੀ ਅੱਗ ਕਾਰਨ ਵਾਪਸ ਨਹੀਂ ਸੀ ਜਾ ਸਕੇ। ਅੱਗ ਬੁਝਾਊ ਅਧਿਕਾਰੀਆਂ ਨੇ ਕਿਹਾ ਕਿ ਹੇ ਨਦੀ ਲਈ ਅਜੇ ਵੀ ਉੱਚ ਪੱਧਰ ਦਾ ਖਤਰਾ ਹੈ, ਜਿੱਥੇ ਅੱਗ ਬਹੁਤ ਸਾਰੇ ਆਬਾਦੀ ਵਾਲੇ ਖੇਤਰਾਂ ਤੱਕ ਪਹੁੰਚ ਗਈ ਹੈ ਅਤੇ ਹਸਪਤਾਲ ਤੋਂ ਲਗਭਗ 500 ਮੀਟਰ ਦੀ ਦੂਰੀ ਤੇ ਹੈ। ਭਾਰਤ G20 ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ। ਦੇਸ਼ ਨੇ ਇਸ ਸੰਮੇਲਨ ਨੂੰ ਸਫਲ ਬਣਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ। G20 ਬੈਠਕ 'ਚ ਹਿੱਸਾ ਲੈਣ ਦੇ ਲਈ ਭਾਰਤ ਪਹੁੰਚੇ ਬ੍ਰਿਟਿਸ਼ PM ਰਿਸ਼ੀ ਸੁਨਕ ਦਾ
ਦੇਸੀ ਲੁੱਕ ਦੇਖਣ ਨੂੰ ਮਿਲਿਆ। ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਹਨਾਂ ਦੇ ਕੁਝ ਖਾਸ ਪਲ ਬਿਤਾਏ। ਉਹਨਾਂ ਨੇ ਇਸ ਪਲ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ। G20 ਬੈਠਕ 'ਚ ਹਿੱਸਾ ਲੈਣ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਰਾਜਧਾਨੀ ਦਿੱਲੀ 'ਚ ਬ੍ਰਿਟਿਸ਼ ਕੌਂਸਲ ਹੈੱਡਕੁਆਟਰ ਪਹੁੰਚੇ। ਇਸ ਦੌਰਾਨ ਉਹਨਾਂ ਦੀ ਪਤਨੀ ਅਕਸ਼ਤਾ ਮੂਰਤੀ ਵੀ ਮੌਜੂਦ ਸੀ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੱਚਿਆਂ ਨਾਲ ਖੂਬ ਮਸਤੀ ਕੀਤੀ। ਰਿਸ਼ੀ ਸੁਨਕ ਨੇ ਬੱਚਿਆਂ ਨਾਲ ਕਾਫੀ ਗੱਲਾਂ ਕੀਤੀਆਂ। ਰਿਸ਼ੀ ਸੁਨਕ ਅਤੇ ਅਕਸ਼ਤਾ ਮੂਰਤੀ ਬੱਚਿਆਂ ਨੂੰ ਮਿਲਦੇ ਹੋਏ ਕਾਫੀ ਖੁਸ਼ ਨਜ਼ਰ ਆਏ। ਬ੍ਰਿਟੇਨ ਦੇ PM ਸੁਨਕ ਦੀ ਪਤਨੀ ਅਕਸ਼ਤਾ ਮੂਰਤੀ ਬ੍ਰਿਟਿਸ਼ ਕੌਂਸਲ ਪਹੁੰਚਣ ਤੋਂ ਬਾਅਦ ਲੌਬੀ ਵਿੱਚ ਫੁੱਟਬਾਲ ਖੇਡਦੀ ਨਜ਼ਰ ਆਈ। ਉਹਨਾਂ ਨੇ ਇਸ ਅੰਦਾਜ਼ ਨੂੰ ਦੇਖ ਕੇ ਉੱਥੇ ਮੌਜੂਦ ਲੋਕ ਵੀ ਹੈਰਾਨ ਗਏ ਔਰ ਇਸ ਤੋਂ ਬਾਅਦ PM ਰਿਸ਼ੀ ਸੁਨਕ ਨੂੰ ਮੱਧ ਦਿੱਲੀ ਦੇ ਕਨਾਟ ਪਲੇਸ ਇਲਾਕੇ ਨੇੜੇ ਆਪਣੀ ਪਤਨੀ ਅਕਸ਼ਤਾ ਨਾਲ ਸੈਰ ਕਰਦੇ ਦੇਖਿਆ ਗਿਆ। ਹਾਲਾਂਕਿ ਇਸ ਦੌਰਾਨ ਉਹਨਾਂ ਦੇ ਨਾਲ ਉਹਨਾਂ ਦੇ ਸੁਰੱਖਿਆ ਕਰਮਚਾਰੀ ਵੀ ਮੌਜੂਦ ਸੀ। ਇਸ ਤੋਂ ਇਲਾਵਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਪਤਨੀ ਨੇ ਨਵੀਂ ਦਿੱਲੀ 'ਚ ਕੁਝ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨਾਲ ਖੁਦ ਫੋਟੋ ਵੀ ਖਿਚਵਾਈ। ਉੱਥੇ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਹੋਏ ਸੁਨਕ ਨੇ ਲਿਖਿਆ, ਅੱਜ ਤੇ ਵਿਸ਼ਵ ਨੇਤਾਵਾਂ ਨੂੰ ਮਿਲਣ ਤੋਂ ਪਹਿਲਾਂ ਮੈਂ ਕੱਲ ਦੇ ਵਿਸ਼ਵ ਨੇਤਾਵਾਂ ਨੂੰ ਮਿਲ ਰਿਹਾ ਹਾਂ। ਭਾਰਤ ਵਿੱਚ ਬ੍ਰਿਟਿਸ਼ ਕੌਂਸਲ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੂੰ ਮਿਲਣਾ ਸ਼ਾਨਦਾਰ ਰਿਹਾ, ਜੋ ਕਿ ਦੋਵਾਂ ਦੇਸ਼ਾਂ ਬ੍ਰਿਟੇਨ ਅਤੇ ਭਾਰਤ ਵਿਚਕਾਰ ਮੌਜੂਦ ਰਹਿਣ ਵਾਲੇ ਪੁਲ ਦਾ ਪ੍ਰਤੀਬਿੰਬ ਹਨ। ਅਮਰੀਕਾ ਦੀ 19 ਸਾਲਾਂ ਦੀ ਕੋਕੋ ਗੌਫ US ਓਪਨ ਦੇ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਉਹਨਾਂ ਨੇ ਫਾਈਨਲ ਦੇ ਵਿੱਚ ਬੈਲਾਰੂਸ ਦੀ ਅਰੀਨਾ ਸਬਾਲੇਂਕਾ ਨੂੰ 2-6, 6-3, 6-2 ਨਾਲ ਮਾਤ ਦਿੱਤੀ। ਉਹਨਾਂ ਨੇ ਲਗਾਤਾਰ 12ਵਾਂ ਮੈਚ ਵੀ ਜਿੱਤਿਆ। ਨਿਊਯਾਰਕ ਦੇ ਆਰਥਰ ਐਸ਼ ਸਟੇਡੀਅਮ 'ਚ ਖੇਡੇ ਗਏ ਖਿਤਾਬੀ ਮੁਕਾਬਲੇ 'ਚ 6ਵਾਂ ਦਰਜਾ ਪ੍ਰਾਪਤ ਗੌਫ ਨੂੰ ਦੂਜਾ ਦਰਜਾ ਪ੍ਰਾਪਤ ਸਬਲੇਂਕਾ ਨੂੰ ਹਰਾਉਣ 'ਚ ਕੋਈ ਮੁਸ਼ਕਿਲ ਨਹੀਂ ਆਈ। ਗਾਫੀ ਦੀ ਵਜ੍ਹਾ ਨਾਲ ਸਬਲੇਂਕਾ ਨੂੰ ਮੈਡੀਕਲ ਟਾਈਮ ਆਊਟ ਤੱਕ ਲੈਣਾ ਪਿਆ। ਮੁਸ਼ਕਿਲ ਚੁਣੌਤੀ ਦੇ ਬਾਵਜੂਦ ਗਾਫਾ ਆਪਣਾ ਪਹਿਲਾ ਗ੍ਰੈਂਡ ਸਲੈਮ ਜਿੱਤਣ ਵਿੱਚ ਕਾਮਯਾਬ ਰਹੀ। ਇਸ ਜਿੱਤ ਦੇ ਨਾਲ ਉਹਨਾਂ ਨੇ ਇਤਿਹਾਸ ਰਚ ਦਿੱਤਾ ਹੈ। 1999 ਦੇ ਬਾਅਦ ਉਹ US ਓਪਨ ਜਿੱਤਣ ਵਾਲੀ ਪਹਿਲੀ ਟੀਨੇਜਰ ਖਿਡਾਰੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।